ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਬਹੁਤ ਬਹੁਤ ਅੱਜ ਖਾਸ ਜਿਹੜਾ ਅਸੀਂ ਡਿਸਕਸ਼ਨ ਕਰਾਂਗੇ ਉਹ ਰਹੇਗੀ ਕੈਨੇਡਾ ਨੂੰ ਲੈ ਕੇ, ਖਾਸ ਕਰ ਆਸਟ੍ਰੇਲੀਆ ਨੂੰ ਲੈ ਕੇ ਤੇ ਯੂਕੇ ਨੂੰ ਲੈ ਕੇ। ਗੱਲਬਾਤ ਤੁਸੀਂ ਸਾਡੇ ਨਾਲ ਡਾਇਰੈਕਟਲੀ ਕਰ ਸਕਦੇ ਹੋ, ਲਾਈਵ ਕਾਲ ਕਰ ਸਕਦੇ ਹੋ 95 980 95 980 ਇਸ ਨੰਬਰ ਤੇ ਕਾਲ ਕਰਕੇ ਡਾਇਰੈਕਟਲੀ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ। ਕੋਈ ਵੀ ਸਵਾਲ ਕਿਸੇ ਵੀ ਕੰਟਰੀ ਨੂੰ ਲੈ ਕੇ, ਸਟੂਡੈਂਟ ਵੀਜ਼ਾ ਸੰਬੰਧੀ ਹੈਗੀ ਹੈ ਤਾਂ ਬਿਲਕੁਲ ਸਾਂਝੀ ਕਰੋ। ਕੋਈ ਡਾਊਟ ਹੈ, ਕੋਈ ਕਨਫਿਊਜ਼ਨ ਹੈ, ਸਾਡੇ ਜਿਹੜੇ ਐਕਸਪਰਟ ਨੇ ਤੁਹਾਨੂੰ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਜ ਜਿਹੜੇ ਐਕਸਪਰਟ ਨੂੰ ਸੱਦਾ ਦਿੱਤਾ ਗਿਆ ਉਹ ਨੇ ਜੀ ਸੈਟਲਿੰਗ ਅਬਰੋਡ ਤੋਂ ਗੌਰਵ ਤਲਵਾਰ ਜੀ। ਗੌਰਵ ਭਾਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਗੌਰਵ ਜੀ ਨਾਲ ਗੱਲਬਾਤ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੋਏਗੀ। ਤੁਸੀਂ ਸਵਾਲ ਕਰੋਗੇ ਉਹ ਬਿਲਕੁਲ ਲਏ ਜਾਣਗੇ। ਸਵਾਲਾਂ ਦਾ ਸਿਲਸਿਲਾ ਪਹਿਲੇ ਸਵਾਲ ਤੋਂ ਇੱਥੇ ਕਰਾਂਗਾ। ਗੌਰਵ ਜੀ, ਕਿਊਬੈਕ ਨੂੰ ਲੈ ਕੇ ਕੀ ਅਪਡੇਟ ਹੈ ਕੈਨੇਡਾ ਨੂੰ? ਦੇਖੋ, ਬੇਸਿਕਲੀ ਕੈਨੇਡਾ ਹੁਣ ਸਟ੍ਰੀਮਲਾਈਨ ਹੁੰਦਾ ਜਾ ਰਿਹਾ, ਜਿਹਦੇ ਵਿੱਚ ਹੁਣ ਲੇਟੈਸਟ ਅਪਡੇਟ ਮੈਂ ਦੱਸੀ ਸੀ ਪਿਛਲੀ ਵਾਰ ਵੀ, ਮੈਂ ਤੁਹਾਡੇ ਤੋਂ ਕੋਈ 5-7 ਮਿੰਟ ਪਹਿਲੇ ਲਿੱਤੇ ਵੀ ਸੀ। ਉਹਦੇ ਵਿੱਚ ਕੀ ਸੀ ਕਿ VFS ਨੇ ਦੱਸਿਆ ਸੀ ਕਿ ਬਿਕੋਜ਼ ਆਫ ਬਲੂ ਡਾਰਟ ਜੋ ਹੈ ਉਹ ਟਾਈਮ ਲੱਗ ਰਿਹਾ ਹੈ ਪਾਸਪੋਰਟ ਕਲੈਕਸ਼ਨ ਵਿੱਚ। ਤਾਂ ਇਹ ਤੁਹਾਡੇ ਹੁਣ ਏਜੰਟ ਜਾਂ ਕੰਸਲਟੈਂਟ ਦਾ ਐਕਟੀਵਿਟੀ ਹੈ ਕਿ ਤੁਹਾਡਾ ਜੋ ਟਾਈਮ ਹੈ ਉਹ ਪਾਸ ਨਾ ਹੋਣ ਦੇ। ਦੂਜੀ ਚੀਜ਼ ਜੋ ਆ ਗਈ, ਇਸ ਸਮੇਂ ਰਿਜ਼ਲਟਸ ਬਿਲਕੁਲ ਪ੍ਰੋਪਰ ਆ ਰਹੇ। COEs ਜੋ ਅਸੀਂ ਕਹਿ ਰਹੇ ਹਾਂ ਕਿ ਕਿਊਬਿਕ ਦੇ ਵਿੱਚ ਹੈ, ਕਿਊਬਿਕ ਦੀ ਜੋ CAQ ਹੈ ਉਹ ਵੀ ਪ੍ਰੋਪਰ ਹੁਣ ਆਉਣੀ ਸ਼ੁਰੂ ਹੋ ਗਈ ਹੈ। ਤਾਂ ਜੋ ਇੱਕ ਬਸ ਉਹ ਕੁਝ ਫਾਈਲ ਡਿਲੇਜ਼ ਹੈ ਜੋ ਸਸਪੈਂਸ਼ਨ ਤੋਂ ਪਹਿਲੇ ਫਾਈਲਾਂ ਲੱਗੀਆਂ ਸੀ, ਉਸ ਤੋਂ ਬਾਅਦ ਜਿਹੜੇ ਕਾਲਜਿਸ ਦੀ ਸਸਪੈਂਸ਼ਨ ਹਟ ਗਈ ਉਹਨਾਂ ਦੇ ਰਿਜ਼ਲਟਸ ਥੋੜ੍ਹੇ ਜਿਹੇ ਡਿਲੇ ਹੈ। ਬਾਕੀ ਹੁਣ ਜੋ ਲੇਟੈਸਟ ਲੱਗ ਗਿਆ, ਜਿਹੜੇ ਸਟੂਡੈਂਟ ਦੇ ਮਨ ਦੇ ਵਿੱਚ ਕਨਫਿਊਜ਼ਨ ਆ ਹੈਗੀਆਂ ਨੇ, ਬਿਲਕੁਲ ਨਹੀਂ। ਦੇਖੋ, ਕਨਫਿਊਜ਼ਨ ਇਸ ਸਮੇਂ ਕੋਈ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਕਿੱਥੇ, ਕਿਉਂਕਿ ਨਾ ਬੱਚਾ ਇਹ ਨਾ ਸੋਚੇ ਕਿ ਮੇਰੀ ਇਸ ਪ੍ਰੋਵਿੰਸ ਦਾ ਰਿਜ਼ਲਟ ਪਹਿਲੇ ਆਏਗਾ, ਇਸ ਦਾ ਬਾਅਦ ਵਿੱਚ ਆਏਗਾ। ਰਿਜ਼ਲਟਸ ਆਰ ਔਨ ਸੇਮ ਟਰੈਕ। ਔਰ ਜੋ ਲੇਟੈਸਟ ਹੈ ਕਿ ਪਹਿਲੇ ਵਿੱਚ ਆ ਗਿਆ ਸੀ ਕਿ AIPs ਇਸ਼ੂ ਕਰਾਂਗੇ, ਹੁਣ ਇਹ ਆ ਗਿਆ ਹੈ ਕਿ ਅਸੀਂ ਤੁਹਾਨੂੰ 1 ਸਟੈਪ ਵੀਜ਼ਾ ਹੀ ਦਾਂਗੇ। ਤੁਹਾਡਾ ਵੀਜ਼ਾ ਅਪਰੂਵਲ ਆਏਗਾ, ਤੁਹਾਡੀ ਪਾਸਪੋਰਟ ਰਿਕੁਐਸਟ ਜੋ ਹੈ ਉਹ ਆ ਜਾਏਗੀ। ਇਹਦੇ 'ਚ ਗੌਰਵ ਜੀ, ਜਦੋਂ ਹੁਣ ਬੱਚੇ ਸੋਚ ਰਹੇ ਨੇ ਵੀ ਅਸੀਂ ਵਿਡਰਾਅ ਕਰ ਲਈਏ ਐਪਲੀਕੇਸ਼ਨ, ਵੀ ਬਹੁਤ ਦੇਰ ਹੋ ਗਿਆ ਜੀ ਰਿਜ਼ਲਟਸ ਹੀ ਨਹੀਂ ਆ ਰਹੀਆਂ, ਉਹਨਾਂ ਨੂੰ ਕੀ ਕਹਿਣਾ? ਦੇਖੋ, ਉਹਨਾਂ ਨੂੰ ਥੋੜ੍ਹਾ ਜਿਹਾ ਵੇਟ ਕਰ ਲੈਣਾ ਚਾਹੀਦਾ, ਕਿਉਂਕਿ ਦੇਖੋ ਤੁਹਾਡਾ ਇਨਟੇਕ ਕੀ ਸੀ। ਕਿਉਂਕਿ ਇਨਟੇਕ ਅਗਰ ਜਨਵਰੀ ਸੀ ਤਾਂ ਤੁਸੀਂ ਉਹ ਤਾਂ ਮਈ ਵਿੱਚ ਲੈ ਆਏ ਹੋ, ਜਾਂ ਜਨਵਰੀ ਵਾਲੇ ਸਪਟੰਬਰ ਤੱਕ ਗਲੇ ਗਏ। ਤੇ ਅਗਰ ਇਨਟੇਕ ਵਿੱਚ ਟਾਈਮ ਹੈ ਤਾਂ ਫਿਰ ਥੋੜ੍ਹਾ ਵੇਟ ਕਰ ਲੈਣਾ ਚਾਹੀਦਾ, ਵਿਡਰਾਅ ਕਰਨੀ ਨਹੀਂ ਚਾਹੀਦੀ। ਕਿਉਂਕਿ ਵਿਡਰਾਅ ਕਰਕੇ ਫਿਰ ਦੁਬਾਰਾ ਸਬਮਿਟ ਕਰੋਗੇ ਤਾਂ ਸ਼ੁਰੂ ਤੋਂ ਪ੍ਰੋਸੈਸ ਸ਼ੁਰੂ ਹੋਏਗਾ। ਤਾਂ ਡੈਫੀਨੇਟਲੀ ਇਹ ਟੋਟਲੀ ਡਿਪੈਂਡ ਔਨ ਦਾ ਸਰਕਮਸਟਾਂਸਿਸ ਆਫ ਪ੍ਰੋਫਾਈਲ ਕਿ ਉਹਦਾ ਇਨਟੇਕ ਡੈਫਰ ਕਿੰਨੀ ਵਾਰ ਹੋਇਆ, ਜਾਂ ਉਹਦੇ ਹੁਣ ਨੈਕਸਟ ਇਨਟੇਕ ਵਿੱਚ ਟਾਈਮ ਕੀ ਹੈ। ਤਾਂ ਉਸ ਅਕੋਰਡਿੰਗ ਉਹਨੂੰ ਜੋ ਹੈ ਉਹ ਪਲਾਨ ਆਫ ਐਕਸ਼ਨ ਲੈਣਾ ਚਾਹੀਦਾ, ਜਾਂ ਫਿਰ ਪ੍ਰੋਵਿੰਸ ਚੇਂਜ ਕਰ ਲੈ, ਵਿਡਰਾਅ ਕਰਕੇ ਦੁਬਾਰਾ ਲਾ ਦੇ। ਔਰ ਕਿਊਬਿਕ ਦੀ ਜਗ੍ਹਾ ਹੋਰ ਬੜੀ ਸਾਰੀ ਪ੍ਰੋਵਿੰਸ ਹੈ ਜਿਹਦੇ 'ਚ ਅਗਰ ਤੁਹਾਡੀ ਐਲੀਜੀਬਿਲਿਟੀ ਕ੍ਰਾਈਟੀਰੀਆ ਬਣਦਾ ਤਾਂ ਉੱਥੇ ਲਾ ਕੇ ਜੋ ਹੈ ਉਹ ਰਿਜ਼ਲਟ ਲਿੱਤਾ ਜਾ ਸਕਦਾ ਹੈ ਜੀ। ਕਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਪੁੱਛਣਾ ਚਾਹੁੰਦੇ ਹੋ? ਜੀ ਮੈਂ ਸੰਜੇ ਸ਼ਰਮਾ ਬੋਲ ਰਿਹਾ ਕੈਪੀਟਲ ਤੋਂ ਜੀ। ਮੇਰੀ ਵਾਈਫ ਨੇ BBA ਕੰਪਲੀਟ ਕੀਤੀ ਹੋਈ ਹੈ। BBA? ਹਾਂਜੀ, BBA ਕੀਤੀ ਹੈ। 4 ਸਾਲ ਦਾ ਤੁਹਾਨੂੰ ਵਰਕ ਐਕਸਪੀਰੀਅੰਸ ਹੈ ਸਰ। ਈਚ ਬੈਂਡ ਹੈ ਕਿੰਨੇ ਜੀ? 6 ਬੈਂਡ ਆ ਸਰ। 6 ਈਚ। ਭਾਜੀ BBA ਕਿਹੜੇ ਈਅਰ 'ਚ ਕੀਤੀ ਹੈ? BBA ਜੀ ਨਾ 2018 ਦੇ ਵਿੱਚ ਹੋਈ ਸੀ। 2018 18 to 21 ਉਹਨਾਂ ਕੋਲ ਵਰਕ ਐਕਸਪੀਰੀਅੰਸ ਹੈ। ਵਰਕ ਐਕਸਪੀਰੀਅੰਸ ਸਰ ਉਹਨਾਂ ਕੋਲ। ਮੇਨਲੀ ਸਾਡਾ ਕੁਐਸਚਨ ਕੀ ਹੈ ਕਿ UK ਦਾ ਪਲਾਨ ਕਰੇ BC ਯੂਨੀਵਰਸਿਟੀ ਵਾਸਤੇ। ਇਹ ਕਨਫਰਮ ਕਰਨਾ ਸੀ ਕਿ BC ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਹੈ ਮੈਨੇਜਮੈਂਟ ਦਾ। ਪਾਸਟ ਯੂਨੀਵਰਸਿਟੀ ਇਹਨਾਂ ਵਿੱਚ ਉਮਰੀ ਟੈਕਨੀਕਲ ਵਾਈਜ਼ ਐਡਮਿਸ਼ਨ ਹੋ ਸਕਦਾ ਹੈ? ਕੀ ਕਹਿਣਾ ਗੱਲ? ਦੇਖੋ, ਕੋਈ ਪ੍ਰੋਬਲਮ ਨਹੀਂ ਹੈ। UK ਵਿੱਚ 6 ਈਚ ਬੈਂਡ ਹੈ, 2 ਸਾਲ ਦਾ ਐਕਸਪੀਰੀਅੰਸ ਹੈ, ਤਾਂ ਇਟ ਮੀਨਸ ਤੁਹਾਡੇ ਕੋਲ ਯੂ ਪ੍ਰੂਫ ਹੋਊਗਾ। ਤਾਂ ਜੋ ਯੂਨੀਵਰਸਿਟੀ ਹੈ ਡੈਫੀਨੇਟਲੀ ਤੁਹਾਨੂੰ ਐਡਮਿਸ਼ਨ ਦੇ ਦੇਗੀ। ਗੋ ਫॉर MBA ਵਿੱਚ ਅੱਗੇ ਸਪੈਸੀਫਿਕੇਸ਼ਨਸ ਅਸੀਂ ਅਕੋਰਡਿੰਗ ਟੂ ਈਅਰ ਜਿੰਨੇ ਵੀ ਸਪੈਸੀਫਿਕ ਮਾਰਕਸ ਹੈ ਉਹ ਅਕੋਰਡਿੰਗ ਲੈ ਸਕਦੇ ਹੋ। ਨੈਕਸਟ ਇਨਟੇਕ ਜੋ ਹੈ ਵੈਲਕਮ ਕਰ ਰਿਹਾ। ਔਰ UK ਵਿੱਚ ਹੁਣੇ ਤੋਂ ਹੀ ਸ਼ੁਰੂ ਕਰਨਾ ਪਏਗਾ, ਕਿਉਂਕਿ ਬੜੀ ਸਾਰੀ ਕਨਫਿਊਜ਼ਨ ਬੱਚਿਆਂ ਨੂੰ ਇਹ ਹੈ ਕਿ ਸਪਟੰਬਰ ਇਨਟੇਕ ਹੈ ਤਾਂ ਇਟ ਵਿਲ ਟੇਕ ਟਾਈਮ। ਬਟ ਨਹੀਂ, ਅਗਰ ਤੁਸੀਂ ਵਿਦਾਊਟ IELTS ਹੋ ਤਾਂ ਫਿਰ ਤੁਹਾਡਾ ਇੱਕ ਅਲੱਗ ਪ੍ਰੋਸੈਸ ਹੈ। ਤੁਸੀਂ IELTS ਕੀਤਾ ਹੈ, ਬੈਂਡ ਅਗਰ ਲੋ ਹੈ ਤਾਂ ਅਲੱਗ ਪ੍ਰੋਸੈਸ ਹੈ। ਤੁਹਾਡੇ 6 ਈਚ ਹੈ ਜਾਂ 6 ਹੈ, 2 ਵਿੱਚ 5.5 ਹੈ, 1 ਵਿੱਚ 5 ਹੈ, ਤਾਂ ਉਸ ਤਰੀਕੇ ਦਾ ਟਾਈਮ ਲੱਗ ਰਿਹਾ। ਤਾਂ UK ਇਸ ਸਮੇਂ ਰਾਈਟ ਟਾਈਮ ਹੈ ਫॉर ਨੈਕਸਟ ਇਨਟੇਕ, ਨਹੀਂ ਤਾਂ ਫਿਰ ਤੁਹਾਡਾ ਇਨਟੇਕ ਮਿਸ ਹੋ ਜਾਏਗਾ। ਦੂਜੀ ਸਭ ਤੋਂ ਵੱਡੀ ਚੀਜ਼ ਦੱਸਣਾ ਚਾਹੁੰਦਾ ਕਿ ਕਮਿੰਗ ਸੰਡੇ ਜੋ ਹੈ ਉਹ ਅਸੀਂ ਸੈਮੀਨਾਰ ਕਰ ਰਹੇ ਹਾਂ 28 ਤਰੀਕ ਨਹੀਂ ਜੋ 28 ਤਰੀਕ ਨੂੰ ਸੌਰੀ ਜੋ ਸੰਡੇ ਆਏਗਾ, ਕਮਿੰਗ ਸੰਡੇ ਸੈਮੀਨਾਰ ਕਰ ਰਹੇ ਹਾਂ। ਉਹਦੇ ਵਿੱਚ ਤੁਸੀਂ ਜਿੰਨੇ ਵੀ ਬੱਚੇ
पे आफ्टर वीज़ा पैकेज लेना चाਹੁੰਦੇ ਹੈ ਜਾਂ ਪ੍ਰੋਫਾਈਲਸ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ ਤਾਂ ਉਹ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਆ ਬਟ ਡਿਊ ਟੂ ਰੈਸਟ੍ਰਿਕਸ਼ਨਸ ਤੁਹਾਨੂੰ ਆਪਣੀ ਅਪਾਇੰਟਮੈਂਟ ਪਹਿਲੇ ਬੁੱਕ ਕਰਾਉਣੀ ਪਏਗੀ ਕਾਲ ਕਰਕੇ ਕਰਾ ਸਕਦੇ ਹੋ ਤਾਂ ਕਿ ਉਸ ਤਰੀਕੇ ਨਾਲ ਜੋ ਤੁਹਾਨੂੰ ਟਾਈਮ ਹੈ ਕੁਝ ਕਾਲਜ ਦੇ ਰਿਪਰੈਜ਼ੈਂਟੇਟਿਵਸ ਆ ਰਹੇ ਹੈ ਲਾਇਰਸ ਆ ਰਹੇ ਤਾਂ ਤੁਹਾਨੂੰ ਉਸ ਤਰੀਕੇ ਨਾਲ ਅਸੀਂ ਟਾਈਮ ਦੇ ਸਕੀਏ ਟਾਈਮ ਸ਼ਡਿਊਲ ਜੋ ਹੈ ਉਹ ਦੇ ਸਕੀਏ ਜੀ ਅੱਛਾ ਭਾਜੀ ਕੀ ਬੈਨੀਫਿਟ ਰਹੇਗਾ ਆ ਜਿਹੜਾ ਸੈਮੀਨਾਰ ਹੋ ਰਿਹਾ ਮੈਂ ਕਾਲ ਦਾ ਸਿਲਸਿਲਾ ਕਿਹਨਾਂ ਨੂੰ ਬੈਨੀਫਿਟ ਹੋਏਗਾ ਤਾਂ ਕੀ ਹੋਏਗਾ ਦੇਖੋ ਇਹਦੇ 'ਚ ਬੈਨੀਫਿਟ ਇਹ ਹੈ ਬੜੇ ਸਾਰੇ ਬੱਚੇ ਸਾਡੇ ਕੋਲ ਆਉਂਦੇ ਜੋ ਕਹਿੰਦੇ ਕਿ ਅਸੀਂ SDS ਪ੍ਰੋਫਾਈਲ ਹਾਂ ਅਸੀਂ SSPF ਪ੍ਰੋਫਾਈਲ ਹਾਂ ਸਾਨੂੰ ਐਕਚੁਅਲੀ ਤੁਸੀਂ ਕੰਸਨਟ੍ਰੇਸ਼ਨ ਦਿਓ ਤੁਸੀਂ ਵਿਦਆਊਟ ਬਹੁਤ ਲੋਕ ਪੈਕੇਜ ਨਹੀਂ ਲੈਣਾ ਚਾਹੁੰਦੇ ਕੁਝ ਲੋਕ ਸਪੈਸ਼ਲੀ ਵਾਂਟ ਪੈਕੇਜ ਚਾਹੁੰਦੇ ਕਿ ਮੈਨੂੰ ਪੈਕੇਜ ਮਿਲਣਾ ਚਾਹੀਦਾ ਹੈ ਉਸ ਤੋਂ ਇਲਾਵਾ ਤੁਹਾਡੇ ਮਨ ਵਿੱਚ ਡਾਊਟ ਹੈ ਸਪਾਊਸ ਕੇਸਿਸ ਨੂੰ ਲੈ ਕੇ ਡਾਊਟ ਹੈ ਤਾਂ ਤੁਸੀਂ 1 to 1 ਸਾਨੂੰ ਮਿਲ ਕੇ ਇਹ ਡਿਕਲੇਅਰ ਕਰ ਸਕਦੇ ਹੋ ਕਿ ਤੁਹਾਡੇ ਲਈ ਪ੍ਰੋਸੈਸ ਕਿਆ ਬੈਟਰ ਹੈ ਉਸ ਤੋਂ ਵਿੱਚ ਤੁਹਾਨੂੰ ਕੋਲ ਸਾਰੇ ਆਪਸ਼ਨ ਹੈ ਇਫ ਯੂ ਵਾਂਟ ਕਿ ਮੈਂ ਟੋਟਲ ਪੈਕੇਜ ਲੈਣਾ ਤਾਂ ਲੈ ਸਕਦੇ ਹੋ ਇਫ ਯੂ ਵਾਂਟ ਕਿ ਮੈਨੂੰ ਸਿਰਫ ਤੁਸੀਂ ਪ੍ਰੋਸੈਸਿੰਗ ਔਰ ਜੋ ਤੁਹਾਡੀ ਕੰਸਲਟੈਂਸੀ ਉਹ ਮੈਂ ਆਫਟਰ ਵੀਜ਼ਾ ਦੇਣਾ ਚਾਹੁੰਦਾ ਤਾਂ ਉਹ ਵੀਜ਼ਾ ਦੇ ਸਕਦੇ ਹੋ ਸਾਰੇ ਤਰ੍ਹਾਂ ਦੀ ਜੋ ਪ੍ਰੋਸੈਸਿੰਗ ਹੈ ਸਾਰੇ ਹਰ ਤਰ੍ਹਾਂ ਦਾ 2.5 ਲੱਖ ਫੀਸ ਤੋਂ ਲੈ ਕੇ 20 ਲੱਖ ਫੀਸ ਤੱਕ ਦਾ ਕਾਲਜ ਯੂਨੀਵਰਸਿਟੀਜ਼ ਸਾਰੀ ਸ਼ਿਰਕਤ ਕਰਨਗੀਆਂ ਤਾਂ ਕਿ ਤੁਹਾਡੇ ਕੋਲ ਇੱਕ ਪ੍ਰੋਪਰ ਸਮਾਂ ਹੋ ਸਕੇ ਕਿ ਤੁਸੀਂ ਸਮਝ ਸਕੋ ਸੰਡੇ ਇਸ ਲਈ ਰੱਖਿਆ ਗਿਆ ਕਿ ਬੰਦਾ ਉਸ ਦਿਨ ਆਪਣੇ ਕੰਮਾਂ ਤੋਂ ਆਪਣਾ ਡਿਸੀਜ਼ਨ ਮੇਕਰ ਨੂੰ ਨਾਲ ਲੈ ਕੇ ਆ ਸਕਦਾ ਤਾਂ ਕਿ ਉਹ ਡਿਸਾਈਡ ਕਰ ਪਾਏ ਕਿ ਇਹ ਮੇਰੇ ਲਈ ਕੋਰਸ ਸਹੀ ਹੈ ਇਹ ਪ੍ਰੋਸੈਸ ਮੇਰੇ ਲਈ ਠੀਕ ਹੈ ਜੋ ਹੈ ਅਸੀਂ ਨਾ ਕਈ ਵਾਰੀ ਕੰਪੈਰੀਜ਼ਨ ਨਹੀਂ ਕਰ ਪਾਉਂਦੇ ਕਿ ਮੈਨੂੰ ਕਿਹੜਾ ਪ੍ਰੋਸੈਸ ਚਾਹੀਦਾ ਤਾਂ ਦੋਨੋਂ ਤੁਹਾਡੇ ਸਾਹਮਣੇ ਹੋਣਗੇ ਤਾਂ ਤੁਸੀਂ ਕੰਪੈਰੀਜ਼ਨ ਕਰ ਪਾਓਗੇ ਜੀ ਸੋ ਇਸ ਸੰਬੰਧੀ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ ਜਿਹੜਾ ਚੱਲ ਰਿਹਾ ਹੈ 95 980 95 980 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਅੱਛਾ ਸਿਰਫ ਇਹ ਕੈਨੇਡਾ ਨੂੰ ਲੈ ਕੇ ਗੱਲਬਾਤ ਨਹੀਂ ਹੋ ਰਹੀ ਤੁਸੀਂ ਹੋਰ ਵੀ ਕੰਟਰੀ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜਸਪ੍ਰੀਤ ਗੱਲ ਕਰਦਾ ਮੈਂ ਜੀ ਰੋਪੜ ਤੋਂ ਜੀ ਜਸਪ੍ਰੀਤ ਜੀ ਕੀ ਪੁੱਛਣਾ ਚਾਹੁੰਦੇ ਹੋ ਸਰ मैंने +2 ਕੀਤੀ ਹੈ ਨੌਨ ਮੈਡੀਕਲ ਚ 2020 ਵਿੱਚ ਮੇਰੇ 62% ਹੈ ਤੇ ਆਸਟ੍ਰੇਲੀਆ ਜਾਣ ਤੇ ਸਰ ਮੈਂ ਇੰਟਰਸਟਿਡ ਹਾਂ ਓਵਰਆਲ ਮੇਰੇ 6 ਈਚ ਬੈਂਡ ਹੈ ਤੇ ਮੈਂ ਆਲ ਪੇਮੈਂਟ ਆਫਟਰ ਵੀਜ਼ਾ ਦੇਣਾ ਚਾਹੁੰਦਾ ਹਾਂ ਬਿਲਕੁਲ ਉਹ ਤੁਸੀਂ ਮੇਰੇ ਹੁਣੇ ਕਹਿ ਕੇ ਹਟੇ ਤਾਂ ਬੱਚੇ ਨੇ ਉਹੀ ਗੱਲ ਸੁਣਦੇ ਮੈਂ ਬਿਲਕੁਲ ਕਹਿਣਾ ਚਾਹੁੰਦਾ ਕਿ ਤੁਸੀਂ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਜੋ ਹੈ ਤੁਸੀਂ ਪੈਕੇਜ ਲੈ ਸਕਦੇ ਹੋ ਸਪੈਸ਼ਲੀ ਫॉर ਪੈਕੇਜ ਹੋਊਗਾ ਕਿ ਤੁਸੀਂ ਆਸਟ੍ਰੇਲੀਆ ਯੂਰਪ ਕੈਨੇਡਾ US ਕਿਸੇ ਵੀ ਕੰਟਰੀ ਦਾ ਯੂ ਵਾਂਟ ਪੈਕੇਜ ਤਾਂ ਤੁਸੀਂ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਡੈਫੀਨੇਟਲੀ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰ ਦਿਓ ਟਾਈਮ ਲੈ ਲਓ ਔਰ ਤੁਸੀਂ ਆ ਸਕਦੇ ਹੋ ਔਰ ਅਸੀਂ ਵੈਲਕਮ ਹੈ ਅਸੀਂ ਬਹੁਤ ਖੁਸ਼ ਹਾਂ ਕਿ ਅਗਰ ਤੁਸੀਂ ਪੈਕੇਜ ਲਾਉਣ ਤਾਂ ਭਾਜੀ ਕੀ ਫਰਕ ਰਹਿੰਦਾ ਇੱਕ ਪੈਕੇਜ ਵਾਲਾ ਬੱਚਾ ਇੱਕ ਜਨਰਲੀ ਜਿਵੇਂ ਦੇਖੋ ਉਹਦੇ 'ਚ ਕੋਈ ਫਰਕ ਨਹੀਂ ਹੈ ਬੇਸਿਕਲੀ ਪੈਕੇਜ ਵਿੱਚ ਜੋ ਤੁਹਾਡੀ ਕਾਲਜ ਫੀਸਿਸ ਹੈ ਤੁਹਾਡੀ ਹਾਈ ਕਮਿਸ਼ਨ ਦੀ ਫੀਸ ਹੈ ਜੋ ਤੁਹਾਡੀ ਇੰਸ਼ੋਰੈਂਸ ਉਹ ਅਸੀਂ ਪੇ ਕਰਦੇ ਹਾਂ ਤੁਸੀਂ ਫੰਡਸ ਆਪਣੇ ਆਪ ਦਿੰਦੇ ਹੋ ਜਾਂ GIC ਆਪ ਕਰਾਉਂਦੇ ਹੋ ਤਾਂ ਇਟ ਡਿਪੈਂਡਸ ਹੈ ਉਸ ਤੋਂ ਬਾਅਦ ਆਟੋਮੈਟਿਕ ਕਾਸਟ ਡਿਫਰੈਂਸ ਹੈ ਦੋਨੋਂ ਵਿੱਚ ਤੁਸੀਂ ਕੰਸਲਟੈਂਸੀ ਅਲੱਗ ਚੀਜ਼ ਹੈ ਉਹਦੇ ਵਿੱਚ ਦੋ ਸਿਨੈਰੀਓ ਤੁਸੀਂ ਕੰਸਲਟੈਂਸੀ ਦੋ ਹਿੱਸਿਆਂ ਹੀ ਦੇ ਸਕਦੇ ਹੋ ਤੁਸੀਂ ਆਫਟਰ ਵੀਜ਼ਾ ਦੇਣਾ ਚਾਹੁੰਦੇ ਹੋ ਇਹਦੇ ਵਿੱਚ ਤੁਸੀਂ ਜੇ ਪੇ ਪਹਿਲੇ ਨਹੀਂ ਪੇ ਕਰ ਸਕਦੇ ਤਾਂ ਫਿਰ ਕਿਉਂਕਿ ਬੜੇ ਸਾਰੇ ਬੱਚੇ ਨੇ ਜਿਨ੍ਹਾਂ ਕੋਲ ਦੇ ਡੋਂਟ ਹੈਵ ਮਨੀ ਬਟ ਦੇ ਹੈਵ ਪ੍ਰੋਫਾਈਲ ਉਹਨਾਂ ਕੋਲ ਪੈਸੇ ਉਹ ਆਫਟਰ ਵੀਜ਼ਾ ਇਕੱਠੇ ਕਰ ਸਕਦੇ ਹੈ ਕੋਈ ਕਿਸੇ ਨੇ ਕੁਝ ਸੇਲ ਕਰਨਾ ਹੈ ਕਿਸੇ ਨੇ ਕਿਸੇ ਤੋਂ ਲੈਣੇ ਹੈ ਪਰ ਉਹਨਾਂ ਨੂੰ ਮੰਨ ਲਓ ਕੋਈ ਕਮਿਟਮੈਂਟ ਹੈ ਮੈਨੂੰ ਤੈਨੂੰ 2 ਮਹੀਨੇ ਬਾਅਦ ਮਿਲਣਗੇ ਜਾਂ 3 ਮਹੀਨੇ ਬਾਅਦ ਜਾਂ ਬੜੇ ਸਾਰੇ ਬੱਚੇ ਨੇ ਜਿਨ੍ਹਾਂ ਦੀ ਫੀਸ ਬਾਹਰ ਗਈ ਹੈ ਵਾਪਸ ਆਉਣੀ ਹੈ ਬਟ 3 ਮਹੀਨੇ ਲੱਗ ਜਾਂਦੇ ਵਾਪਸ ਆਉਂਦੇ ਤਾਂ ਬਟ ਉਹ ਵੇਟ ਕਰਕੇ ਗੈਪ ਨਹੀਂ ਵਧਾਉਣਾ ਚਾਹੁੰਦੇ ਤਾਂ ਉਹਨਾਂ ਲਈ ਪੈਕੇਜ ਗੁੱਡ ਆਪਸ਼ਨ ਹੈ ਜੀ ਸੋ ਪੈਕੇਜ ਉਹਨਾਂ ਲਈ ਹੈ ਜੀ ਜਿਹੜੇ ਰਿਸਕ ਨਹੀਂ ਲੈਣਾ ਚਾਹੁੰਦੇ ਜੇ ਗੱਲ ਕਰ ਲਈਏ ਹਾਂ ਬਿਲਕੁਲ ਦੇਖੋ ਰਿਸਕ ਹੈ ਨਾ ਹੈ ਨਹੀਂ ਹੈ ਜਿਨ੍ਹਾਂ ਕੋਲ ਰਿਸਕ ਜੋ ਪਹਿਲੇ ਰਿਫਿਊਜ਼ ਨੇ ਫੀਸਾਂ ਭਰੀਆਂ ਨੇ ਪਰ ਨਹੀਂ ਕੋਈ ਗੱਲ ਬਣੀ ਤਾਂ ਉਹਨਾਂ ਲਈ ਪੈਕੇਜ ਬਿਲਕੁਲ ਕਾਲ ਲੈਣੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਮੈਮ ਕੀ ਪੁੱਛਣਾ ਚਾਹੁੰਦੇ ਹੋ ਸਰ ਮੈਂ ਬਹੁਤ ਗੱਲ ਕਰ ਰਹੀ ਹਾਂ ਮੈਂ ਲੁਧਿਆਣਾ ਤੋਂ ਜੀ ਮੈਮ ਇਹਦੇ ਬਾਰੇ ਪੁੱਛਣਾ ਸੀ ਜੀ ਹਾਂਜੀ ਸਰ ਮੈਂ +2 ਕੀਤੀ ਹੈ 2020 ਦੇ ਵਿੱਚ ਕੀ ਸਬਜੈਕਟ ਨਾਲ ਮੈਮ ਮੈਂ ਸਰ ਆਰਟਸ ਨਾਲ ਓਕੇ ਜੀ ਪਰਸੈਂਟੇਜ 25% ਨੰਬਰ 75 ਹਾਂਜੀ ਓਕੇ ਜੀ ਆਇਲਸ ਜਾਂ ਪੀਟੀ ਮੇਰਾ 5.5 ਹੀ ਹੈ ਓਵਰਆਲ ਵੀ 5.5 ਨਹੀਂ ਓਕੇ ਜੀ
ਬਿਲਕੁਲ ਗੁੱਡ ਆਪਸ਼ਨ ਹੈ। ਮੈਂ ਸਾਰੇ ਉਹ ਬੱਚੇ ਜੋ +2 ਤੋਂ ਬਾਅਦ 5.5 ਹੈਗੇ ਆ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਓਵਰਆਲ 6 ਹੈ, 2 ਵਿੱਚ 5.5 ਹੈ ਜਾਂ 1 ਵਿੱਚ 5 ਰਹਿ ਗਿਆ, ਤਾਂ ਉਹਨਾਂ ਨੂੰ ਬੈਸਟ ਆਪਸ਼ਨ ਇਸ ਸਮੇਂ ਆਸਟ੍ਰੇਲੀਆ ਦੱਸਣਾ ਚਾਹੁੰਦਾ, ਕਿਉਂਕਿ ਆਸਟ੍ਰੇਲੀਆ ਇਸ ਪ੍ਰੋਫਾਈਲਸ ਨੂੰ ਵੀਜ਼ਾ ਦੇ ਰਿਹਾ ਹੈ। ਕਿਉਂਕਿ ਕਿਤੇ ਨਾ ਕਿਤੇ ਬੱਚਾ ਜਦੋਂ ਆਫਟਰ ਗ੍ਰੈਜੂਏਸ਼ਨ 6 ਲੈ ਲੈਂਦਾ, +2 ਤੋਂ ਬਾਅਦ 6 ਲੈ ਲੈਂਦਾ, 2 ਵਿੱਚ 5.5 ਲੈ ਲੈਂਦਾ, ਤਾਂ ਉਹਦੇ ਜੋ ਗਵਰਨਮੈਂਟ ਕਾਲਜਸ ਦੀ ਲਿਸਟ ਹੁੰਦੀ ਹੈ ਉਹਦੀ ਚੋਇਸ ਦੀ, ਉਹ ਘਟਦੀ ਜਾਂਦੀ ਹੈ। ਬੜੇ ਸਾਰੇ ਕਾਲਜਸ ਇਸ ਗੱਲ 'ਤੇ ਹੋ ਜਾਂਦੇ ਕਿ ਅਸੀਂ 1 ਵਿੱਚ 5.5 ਲਾਂਗੇ, 5.5 ਨਹੀਂ ਲਾਂਗੇ, 1 ਵਿੱਚ 5 ਨਹੀਂ ਲਾਂਗੇ, ਤਾਂ ਮੈਕਸਿਮਮ ਕਾਲਜਸ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਲਾ ਦਿੰਦੇ ਆ ਬੱਚੇ ਦੀ ਪ੍ਰੋਫਾਈਲ 'ਤੇ। ਹਾਲਾਂਕਿ ਬੱਚਾ ਅੱਛਾ ਪੜ੍ਹਿਆ ਹੁੰਦਾ। ਫਿਰ ਬੜੇ ਸਾਰੇ ਬੱਚੇ ਸਾਡੇ ਕੋਲ ਆਉਂਦੇ ਆ ਜਿਹੜੇ 2019 ਪਾਸ ਆਊਟ ਆ, 2 ਵਾਰੀ ਆਇਲਸ ਕੀਤਾ, ਕਦੇ ਕਿਸੇ 2 ਵਿੱਚ 5.5 ਰਹਿ ਗਏ, ਇਸ ਵਾਰ ਕੀਤਾ ਸਾਰਿਆਂ 6 ਆ ਗਏ, 1 ਵਿੱਚ 5 ਰਹਿ ਗਏ। ਹੁਣ ਜਦੋਂ 1 ਵਿੱਚ 5.5 ਸੀ ਤਾਂ 4-5 ਕਾਲਜ ਦੇ ਰਹੇ ਸੀ ਐਡਮਿਸ਼ਨ, ਹੁਣ 1 ਵਿੱਚ 5 ਰਹਿ ਗਏ ਤਾਂ ਕੋਈ ਕਾਲਜ ਨਹੀਂ ਦੇ ਰਿਹਾ। ਛੋਟੀ ਛੋਟੀ ਗੱਲ ਚੇਂਜਸ ਪਾਉਂਦੀਆਂ ਨੇ। ਹਾਂ, ਹਾਲਾਂਕਿ ਸਾਰੇ 'ਚ 6 ਆ ਗਏ, ਬਾਕੀਆਂ 'ਚ ਕਿਸੇ ਵਿੱਚ 6.5 ਵੀ ਆ ਗਏ, ਤਾਂ ਇਹ ਬੜੀ ਪ੍ਰੋਬਲਮ ਹੈ। ਫਿਰ ਗੱਲ ਇਹ ਹੈ ਕਿ ਉਸ ਵਜ੍ਹਾ ਨਾਲ ਸਾਨੂੰ ਦੇਖਣਾ ਪੈਂਦਾ ਕਿ ਕਿਹੜੀ ਕੰਟਰੀ ਵਿੱਚ ਸਾਡੀ ਅਡੈਪਟੇਬਿਲਿਟੀ ਹੈ, ਕਿਉਂਕਿ ਇਹ ਤੁਸੀਂ 2 ਵਾਰ ਆਇਲਸ ਕਰ ਲਿਆ, 3 ਵਾਰ ਕਰ ਲਿਆ, 4 ਵਾਰ ਕਰ ਲਿਆ, ਅਗਰ 2 ਸਾਲ ਤੁਸੀਂ ਆਇਲਸ ਕਰ ਰਹੇ ਹੋ ਤਾਂ ਤੁਸੀਂ ਕੱਲ੍ਹ ਨੂੰ ਗੈਪ ਨਹੀਂ ਇਹ ਸ਼ੋਅ ਕਰ ਸਕਦੇ ਕਿ ਮੈਂ ਆਇਲਸ ਕਰ ਰਿਹਾ ਸੀ 2 ਸਾਲ, ਕਿਉਂਕਿ ਆਇਲਸ 6 ਮਹੀਨੇ ਮੈਕਸੀਮਮ 8 ਮਹੀਨੇ ਲਈ ਤੁਸੀਂ ਵੈਲੀਡੇਸ਼ਨ ਕਰ ਸਕਦੇ ਹੋ ਕਿ ਮੈਂ 4 ਮਹੀਨੇ ਤੋਂ ਕਰ ਰਿਹਾ ਸੀ, ਇਨਟੇਕ ਅੱਗੇ ਪਿੱਛੇ ਸੀ, ਤਾਂ ਉਹ ਇੱਕ ਚੱਲਦਾ ਹੈ। ਪਰ ਜਦੋਂ 2-2 ਸਾਲ ਤੁਸੀਂ ਆਇਲਸ ਹੀ ਕਰਦੇ ਰਹਿੰਦੇ ਹੋ ਤਾਂ ਫਿਰ ਉਹ ਤੁਸੀਂ ਡਿਜ਼ਰਵਿੰਗ ਹੁੰਦੇ ਹੋਏ ਵੀ ਉਸ ਕੰਟਰੀ ਵਿੱਚ ਵੀਜ਼ਾ ਜੋ ਹੈ ਉਹ ਨਹੀਂ ਲੈ ਪਾਉਂਦੇ। ਕਾਲ ਲੈਣੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਸਰ ਹਨੀ ਗੱਲ ਕਰ ਰਿਹਾ ਮੁਕੇਸ਼ ਜੀ। ਸਰ ਮੈਂ इसके बारे क्लैरिफिकेशन लगी जी हनी भाई पूछो सर। सर मैं +2 2018 पास आउट हाँ। ओके जी। 75% है मेरे को, इंग्लिश में मेरे 63% था, तो मैं विदाउट आइलेट्स का पढ़ा करना सीगा यूके 2018 ਤੋਂ 21 ਤੱਕ ਕੀ ਕੀਤਾ ਭਾਜੀ? ਦਾ ਫ੍ਰੀ ਸੀਗਾ ਜੀ ਘਰੇ ਕੰਮ। ਓਕੇ, ਦੇਖੋ ਗੱਲ ਇਹ ਹੈ ਕਿ ਠੀਕ ਹੈ ਤੁਸੀਂ ਘਰੇ ਕੰਮ ਕੀਤਾ, ਤੁਹਾਡਾ ਐਗਰੀਕਲਚਰ ਹੈ, ਐਕਸੈਪਟੇਬਲ ਹੈ, ਉਹਦੇ ਵਿੱਚ ਇਹ ਦੇਖਣਾ ਹੈ ਕਿ ਤੁਸੀਂ ਜੇ ਫਾਰਮਸ ਕਿਹਦੇ ਨਾਲ ਸੀ, ਤੁਹਾਡੀ ਇਨਵੋਲਵਮੈਂਟ ਕੀ ਸੀ, ਬੜੇ ਸਾਰੇ ਐਵੀਡੈਂਸ ਜੋ ਹੈ ਉਹ ਕ੍ਰੀਏਟ ਕਰ ਸਕਦੇ ਹਾਂ ਅਸੀਂ ਜੋ ਐਕਚੁਅਲ ਅਸੀਂ ਕੰਮ ਕਰ ਰਹੇ ਸੀ। ਤਾਂ ਯੂਕੇ ਕੋਈ ਪ੍ਰੋਬਲਮ ਨਹੀਂ ਹੈ, ਬਟ ਯੂਕੇ 'ਚ ਫਿਰ ਦਿਸ ਇਜ਼ ਦਾ ਟਾਈਮ, ਕਿਉਂਕਿ ਯੂਕੇ 'ਚ ਬੜੀ ਵੱਡੀ ਗੱਲ ਬੱਚੇ ਇਹ ਕਹਿੰਦੇ ਸੈਪਟੈਂਬਰ ਹੈ ਜੀ, ਟਾਈਮ ਹੈ ਜੀ, ਕੈਨੇਡਾ ਲਈ ਵੀ ਸੈਪਟੈਂਬਰ ਹੈ। ਤਾਂ ਗੱਲ ਇਹ ਹੈ ਕਿ ਅੱਜ ਤੋਂ ਸ਼ੁਰੂ ਨਹੀਂ ਕਰਾਂਗੇ, ਫਿਰ ਲਾਸਟ ਵਿੱਚ ਸਾਨੂੰ ਇਹ ਪ੍ਰੋਬਲਮ ਆਏਗੀ ਮੇਰਾ ਆਫਰ ਨਹੀਂ ਆ ਰਿਹਾ ਜੀ, ਆਫਰ ਆ ਗਿਆ ਮੇਰਾ ਕੈਸ਼ ਨਹੀਂ ਆ ਰਿਹਾ ਜੀ। ਜੋ ਅੱਜ ਤੋਂ ਮਹੀਨਾ ਟਪਾ ਕੇ ਸਟਾਰਟ ਕਰਨਗੇ ਡੈਫੀਨੇਟਲੀ ਉਹਦੇ 'ਚ 50% ਬੱਚਿਆਂ ਨੂੰ ਸੈਪਟੈਂਬਰ ਇਨਟੇਕ ਉਹਨਾਂ ਦੇ ਹੱਥ ਤੋਂ ਨਿਕਲ ਜਾਏਗਾ, ਕਿਉਂਕਿ ਯੂਨੀਵਰਸਿਟੀਜ਼ ਕੋਲ ਕੇਸ ਹੀ ਇੰਨੇ ਬੈਕਅਪ 'ਤੇ ਇਕੱਠੇ ਹੋ ਜਾਂਦੇ ਕਿ ਉਹਨਾਂ ਨੂੰ ਕਲੀਅਰੈਂਸ ਕਰਦੇ, ਉਹ ਨਵੇਂ ਕੇਸਿਸ ਨੂੰ ਐਂਟਰਟੇਨ ਹੀ ਨਹੀਂ ਕਰਦੇ, ਕੁਛ ਨੂੰ ਆਫਰ ਦੇ ਦਿੰਦੇ ਆ ਮੁੜ ਕੇ ਕੈਸ਼ ਨਹੀਂ ਦਿੰਦੇ। ਅੱਛਾ, ਕਿਉਂਕਿ ਪ੍ਰੋਸੈਸ ਬਹੁਤ ਲੰਬਾ, ਤੁਸੀਂ ਆਫਰ ਲੈ ਲਈ, ਕੈਸ਼ ਲਈ ਤੁਹਾਨੂੰ GT ਕਲੀਅਰ ਕਰਨਾ ਪਏਗਾ, ਯੂਨੀਵਰਸਿਟੀ ਨੂੰ ਫੰਡਸ ਦੇਣੇ ਪੈਣਗੇ, ਵੈਰੀਫਿਕੇਸ਼ਨ ਦੇਣੀ ਪਏਗੀ, ਤਾਂ ਇੱਕ ਟੋਟਲ ਪ੍ਰੋਸੈਸ ਹੈ 2 ਤੋਂ 2.5 ਮਹੀਨੇ ਦਾ ਕੈਸ਼ ਲੈਣ ਦਾ। ਫਿਰ ਉਸ ਤੋਂ ਬਾਅਦ ਤੁਸੀਂ ਹਾਈ ਕਮਿਸ਼ਨ ਨੂੰ ਟਾਈਮ ਚਾਹੀਦਾ, ਫਿਰ ਤੁਹਾਨੂੰ ਫਲਾਈ ਲਈ ਟਾਈਮ ਚਾਹੀਦਾ। ਤਾਂ ਆਟੋਮੈਟਿਕ ਦਿਸ ਇਜ਼ ਦਾ, ਜਦੋਂ ਤੁਸੀਂ ਮਾਈਂਡ ਫਰੀ ਹੋ ਕੇ ਆਪਣੇ ਮਨਪਸੰਦ ਯੂਨੀਵਰਸਿਟੀ, ਮਨਪਸੰਦ ਕੋਰਸ, ਮਨਪਸੰਦ ਪ੍ਰੋਵਿੰਸ ਜਗ੍ਹਾ, ਤੁਸੀਂ ਇਨਰ ਲੰਡਨ, ਆਊਟਰ ਲੰਡਨ ਜਾਂ ਤੁਸੀਂ ਬਰਮਿੰਘਮ ਕਿੱਧਰ ਵੀ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਮੇਂ ਤੁਹਾਡੇ ਕੋਲ ਯੂ ਹੈਵ ਆਪਸ਼ਨਸ। ਜਿਵੇਂ ਜਿਵੇਂ ਵੀਕਸ ਟੱਪੀ ਜਾਣਗੇ, ਕਿਉਂਕਿ ਇਕੱਲਾ ਪੰਜਾਬ ਤੋਂ ਅਪਲਾਈ ਨਹੀਂ ਹੁੰਦਾ, ਪੂਰੀ ਦੁਨੀਆ ਅਪਲਾਈ ਕਰਦੀ ਹੈ, ਤਾਂ ਉੱਦਾਂ ਤੁਹਾਡੇ ਕੋਲ ਰਿਸਟ੍ਰਿਕਸ਼ਨਸ ਵੱਧਦੀਆਂ ਜਾਣਗੀਆਂ, ਆਪਸ਼ਨਸ ਘਟਦੇ ਜਾਣਗੇ ਔਰ ਤੁਹਾਡੇ 'ਤੇ ਪ੍ਰੈਸ਼ਰ ਜ਼ਿਆਦਾ ਕ੍ਰੀਏਟ ਹੋ ਜਾਏ ਜੀ। ਸੋ ਕਾਫੀ ਟੈਕਨੀਕਲ ਚੀਜ਼ਾਂ ਨੇ ਜੀ, ਜਿਹੜੀ ਛੋਟੀ ਛੋਟੀ ਚੀਜ਼ਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਫਰਕ ਪਾਉਂਦੀਆਂ, ਜੋ ਗੌਰਵ ਜੀ ਨੇ ਕਿਹਾ 1 ਚੋਂ 5.5 ਆ ਜਾਣ, 2 ਚੋਂ 5.5 ਆ ਜਾਣ, ਜਾਂ 1 ਚੋਂ 5 ਜਾਂ 1 ਚੋਂ 5.5, ਇਹ ਵੀ ਕਾਲਜ ਦੇ ਫਰਕ ਪਾ ਦਿੰਦੀ ਹੈ। ਦੇਖੋ ਬੜੇ ਸਾਰੇ ਬੱਚੇ ਨੇ 2 ਵੀ 5.5 ਵਿੱਚ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਹਾਡੇ ਕੋਲ ਚੁਆਇਸ ਹੈ, ਫਲਾਨਾ ਕਾਲਜ ਤੁਹਾਨੂੰ ਦੇ ਦੇਗਾ, ਗਵਰਨਮੈਂਟ ਕਾਲਜ, ਫਲਾਨੀ ਯੂਨੀਵਰਸਿਟੀ ਦੇ ਦੇਗੀ, ਉਹ ਕਹਿੰਦੇ ਅਸੀਂ ਆਇਲਸ ਦੁਬਾਰਾ ਕਰਾਂਗੇ ਜੀ। ਫਿਰ ਉਹ ਅਗਲੀ ਵਾਰ ਆਉਂਦੇ ਆ 3 ਵਿੱਚ 6 ਆ ਗਏ ਜੀ, 1 ਵਿੱਚ 5 ਰਹਿ ਗਏ ਜੀ। ਹੁਣ ਉਹ ਜਿਹੜੀ 2 ਯੂਨੀਵਰਸਿਟੀ ਕਾਲਜ ਸੀ ਉਹ ਵੀ ਨਾ ਕਰ ਦਿੰਦੀਆਂ ਕਿ ਅਸੀਂ ਤਾਂ 1 ਵਿੱਚ 5 ਲੈਣੇ ਹੀ ਨਹੀਂ। ਹੁਣ ਆਹ ਬੜੀ ਸੋਚਣ ਵਾਲੀ ਵਿਸ਼ਾ ਹੈ ਕਿ ਫਿਰ ਬੱਚਾ 3-4-5 ਮਹੀਨੇ ਵੀ ਖਰਾਬ ਕਰ ਲੈਂਦਾ, ਇਨਟੇਕ ਵੀ ਖਤਮ ਹੋ ਜਾਂਦਾ ਹੈ, ਫਿਰ ਕਹਿੰਦਾ ਮੈਨੂੰ ਚਲੋ ਜੀ ਮੇਰਾ ਪੁਰਾਣਾ ਆਇਲਸ ਯੂਜ਼ ਕਰ ਲਓ, ਉੱਥੇ ਹੀ ਲੈ ਦਿਓ, ਪਰ ਉੱਥੇ ਫਿਰ ਸੀਟ ਨਹੀਂ ਹੁੰਦੀ। ਹੁਣ ਇੱਥੋਂ ਕਿਉਂਕਿ ਨਾ ਸਾਨੂੰ ਸਮਝ ਆ ਜਾਂਦਾ ਕਿ ਇਹ ਬੱਚਾ E 'ਚ 6 ਲੈ ਸਕਦਾ, ਇਹ ਬੱਚਾ ਨਹੀਂ ਲੈ ਸਕਦਾ। ਫਿਰ ਵਾਰ-ਵਾਰ ਜ਼ੋਰ ਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇਨਟੇਕ ਜੋ ਹੈ ਉਹ ਮਿਸ ਕਰ ਦਿੰਦੇ ਹੋ।
ਪਲੱਸ ਗੈਪ ਜੋ ਹੈ ਉਹ ਵੱਡਾ ਕ੍ਰੀਏਟ ਕਰ ਲੈਂਦੇ ਹੋ, ਫਿਰ ਤੁਸੀਂ ਡਿਜ਼ਰਵ ਹੁੰਦੇ ਹੋਏ ਵੀ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਜੀ। ਸੋ ਕਾਫੀ ਟੈਕਨੀਕਲ ਚੀਜ਼ਾਂ ਨੇ ਜੀ। ਅਗਲਾ ਸਵਾਲ ਲੈਂਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। सत श्री अकाल सर। जी मैम, की पूछना चाहते हो? सर मेरा नाम योगिता। सर मैंने 2018 में अपनी बैचलर्स कंप्लीट की है एंड आईएलटीएस में मेरे ओवरऑल 6 नॉट लेस देन 16 एलिमेंट्री मॉड्यूल मेरे स्कोर है एंड आई वांट टू गो टू कनाडा। जी बिल्कुल। हाँ जी सर, क्या पॉसिबल ऑप्शनस हैं? देखो ऑप्शंस ये है कि तुसी बैचलर्स हो, ਸਾਨੂੰ 2-3 ਚੀਜ਼ਾਂ ਚਾਹੀਦੀਆਂ। ਪਹਿਲੀ ਗੱਲ ਤਾਂ 18 ਵਿੱਚ ਤੁਸੀਂ ਬੈਚਲਰ ਕੀਤੀ, 18 ਤੋਂ ਹੁਣ ਅਰਾਊਂਡ 3 ਸਾਲ ਦਾ ਗੈਪ ਹੋ ਗਿਆ। ਉਹ ਕੀ ਕੀਤਾ? ਉਹਦੇ 'ਚ ਕੀ ਕੀਤਾ? ਅੱਛਾ, ਫਿਰ ਬੈਚਲਰ ਵਿੱਚ ਈਚ ਹੁਣ ਕੱਲ ਇੱਕ ਪ੍ਰੋਫਾਈਲ ਆਈ ਅਮਨ ਜੀ, 7 ਬੈਂਡ ਨਾਟ ਲੈਸ ਦੈਨ 6 ਬਟ ਕੋਰ ਸਬਜੈਕਟ ਵਿੱਚ 45, ਇੰਗਲਿਸ਼ ਵਿੱਚ 42। ਹੁਣ ਗੱਲ ਇਹ ਹੈ ਕਿ ਇਸ ਪ੍ਰੋਫਾਈਲ ਨਾਲ ਫਿਰ ਇੱਕ ਹੀ ਕਾਲਜ ਸਿਰਫ ਆਪਸ਼ਨ ਸੀਗਾ। ਫਿਰ ਜਾਂ ਹੁਣ ਗੱਲ ਇੱਥੇ ਆਉਂਦੀ ਹੈ ਕਿ ਤੁਸੀਂ ਪਰ ਉਹਨੇ ਕੀ ਕੀਤਾ, ਆਇਲਸ ਦੇ ਚੱਕਰ ਵਿੱਚ ਸਾਲ ਟਪਾਤਾ। ਹੁਣ ਉਸ ਇੱਕ ਹੀ ਕਾਲਜ ਦੀ ਜਿਹੜੀ ਆਪਸ਼ਨ ਹੈ ਉਹਦੇ ਕੋਲ ਖੜੀ ਰਹਿ ਗਈ ਬਸ। ਉਹ ਵੀ ਬੱਚੇ ਨੂੰ ਕਿਹਾ ਕਿ ਅਗਰ 1-2 ਦਿਨਾਂ 'ਚ ਅਪਲਾਈ ਕਰੇਗਾ ਠੀਕ ਹੈ, ਨਹੀਂ ਤਾਂ ਇਹ ਕਾਲਜ ਦੀ ਆਪਸ਼ਨ ਵੀ ਨਿਕਲੇਗੀ, ਦੈਨ ਯੂ ਵੇਟ ਫॉर ਜਨਵਰੀ। ਤਾਂ ਇਹਦੇ ਵਿੱਚ ਇਹ ਫਰਕ ਪੈਂਦਾ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਲੌਜੀਕਲੀ ਅਸੀਂ ਕੀ ਸਮਝਾਉਣਾ ਚਾਹ ਰਹੇ ਹਾਂ, ਕਿ ਤੁਹਾਨੂੰ ਜੋ ਆਪਸ਼ਨ ਦੱਸ ਰਿਹਾ ਆਟੋਮੈਟਿਕਲੀ ਜੰਮੂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਉਹੀ ਆਪਸ਼ਨ ਰਹਿਣਗੀਆਂ। ਨਹੀਂ ਤਾਂ ਉਸ ਤੋਂ ਬਾਅਦ ਤੁਹਾਨੂੰ ਰੂਲ ਸਾਰਾ ਇੱਕ ਹੈ, ਸੇਮ ਹੈ। ਨਹੀਂ ਤਾਂ ਤੁਹਾਨੂੰ ਉਸ ਤੋਂ ਬਾਅਦ ਇਹ ਪ੍ਰੋਬਲਮ ਕ੍ਰੀਏਟ ਹੋਏਗੀ ਕਿ ਤੁਹਾਨੂੰ ਕਾਲਜ ਪ੍ਰੋਵਿੰਸ ਨਾਲ ਕੰਪਰੋਮਾਈਜ਼ ਕਰਨਾ ਪਏਗਾ। ਉਹ ਠੀਕ ਹੈ, ਕਾਲਜ ਔਰ ਪ੍ਰੋਵਿੰਸ ਕੰਪਰੋਮਾਈਜ਼ ਕਰ ਲਓਗੇ। ਜੇ ਫਿਰ ਤੁਸੀਂ ਕੰਪਰੋਮਾਈਜ਼ ਕਰ ਲਿਆ ਕੋਰਸ ਨਾਲ, ਫਿਰ ਮਿਸਮੈਚ ਆਫ ਕੋਰਸ ਲੱਗ ਜਾਏਗਾ। ਔਰ ਬੜੀ ਪ੍ਰੋਫਾਈਲਸ ਵਿੱਚ ਇਹ ਵੀ ਪ੍ਰੋਬਲਮ ਹੈ ਕਿ ਇੱਕ ਹੀ ਕਾਲਜ ਦੇ ਦੋ ਕੈਂਪਸ ਨੇ। ਇੱਕ ਕੈਂਪਸ ਵਿੱਚ ਤੁਹਾਨੂੰ ਵੀਜ਼ਾ ਮਿਲੇਗਾ, ਇੱਕ ਵਿੱਚ ਨਹੀਂ ਮਿਲੇਗਾ, ਕਿਉਂਕਿ ਇੱਕ ਕੈਂਪਸ ਵਿੱਚ ਜਿੰਨੀ ਐਪਲੀਕੇਸ਼ਨਸ ਨੇ ਉਹ ਬੜੀ ਹਾਈ ਪ੍ਰੋਫਾਈਲ, ਬੜੇ ਅੱਛੇ ਮੰਨ ਲਓ ਮੋਰ ਦੈਨ 80% ਨੰਬਰ ਸਕਾਲਰਸ ਸਾਰੇ ਅਪਲਾਈ ਕਰਦੇ ਆ। ਫਿਰ ਉਹਦੇ 'ਚ 4000 ਐਪਲੀਕੇਸ਼ਨ ਸਾਰੀ ਉਹ ਜਿਹੀ ਲੱਗਦੀ ਹੈ। ਇੱਕ ਕੈਂਪਸ ਹੈ ਜਿਹਦੇ 400 ਐਪਲੀਕੇਸ਼ਨ ਹੈ, ਇਸ ਤਰ੍ਹਾਂ ਦੀ ਐਪਲੀਕੇਸ਼ਨ ਆਉਂਦੀਆਂ। ਤਾਂ ਫਿਰ ਇਹ ਵੀ ਸਾਨੂੰ ਦੇਖਣਾ ਪੈਂਦਾ ਵੀ ਉਸੇ ਕਾਲਜ ਦਾ ਕਿਹੜਾ ਕੈਂਪਸ ਤੁਹਾਨੂੰ ਅਡਾਪਟ ਕਰੇਗਾ। ਓਕੇ, ਵੀਜ਼ਾ ਕਿਹੜੇ ਕੈਂਪਸ ਵਿੱਚ ਗ੍ਰਾਂਟ ਹੋਏਗਾ। ਹੁਣ ਜਦੋਂ ਬੱਚਾ ਘਰੋਂ ਹੀ ਸੋਚ ਲੈ ਕੇ ਚੱਲ ਜਾਂਦਾ, ਸਪੋਜ਼ ਮੈਂ ਤਾਂ ਇਹ ਟੋਰਾਂਟੋ ਫਲਾਣਾ ਇਹੀ ਜਗ੍ਹਾ ਤੇ ਜਾਣਾ, ਉਦੋਂ ਕੀ ਹੁੰਦਾ? ਨਹੀਂ ਦੇਖੋ, ਪ੍ਰੋਬਲਮ ਮੈਂ ਤੁਹਾਨੂੰ ਇੱਕ ਚੀਜ਼ ਸਾਂਝੀ ਕਰਦਾ। ਆਸਟ੍ਰੇਲੀਆ ਵਿੱਚ ਜਿੰਨੇ ਕੈਨਬਰਾ ਗਏ, ਜਿੰਨੇ ਤਸਮਾਨੀਆ ਗਏ ਸਪਾਊਸ, ਸਭ ਨੇ PR ਲੈ ਲਈ। ਜਿੰਨੇ ਮੈਲਬਨ ਸਿਡਨੀ ਗਏ ਸਭ ਵਾਪਸ ਆ ਗਏ। ਪਹਿਲੇ ਨਹੀਂ ਮੰਨੇ ਉੱਥੇ, ਨਹੀਂ ਮੰਨੇ, ਜੋ ਮੰਨ ਕੇ ਚਲੇ ਗਏ। ਅੱਜ ਤੁਸੀਂ ਇੱਕ ਲਿਸਟ ਲੈ ਲਓ ਤੁਹਾਡੇ ਆਲੇ ਦੁਆਲੇ, ਜਿੰਨੇ ਮੈਲਬਨ ਸਿਡਨੀ ਵਾਲੇ ਸੀ ਸਭ ਵਾਪਸ ਆਏ, ਕਿਉਂਕਿ ਉਹਨਾਂ ਦੇ ਪੁਆਇੰਟਸ ਹੀ ਪੂਰੇ ਨਹੀਂ ਹੋਣੇ ਸੀ। ਜੋ ਉਧਰ ਨੂੰ ਰੀਜਨਲ ਚਲੇ ਗਏ ਸਭ ਪੂਰੇ ਹੋ ਗਏ। ਇਹ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਬੱਚੇ ਨੂੰ ਕਿਹੜੀ ਪ੍ਰੋਵਿੰਸ ਅਡਾਪਟ ਕਰੇਗੀ ਔਰ ਕਿੱਥੋਂ ਨੂੰ ਵੀਜ਼ਾ ਮਿਲੇਗਾ। ਤੁਸੀਂ ਵੀ ਟਰੈਵਲ ਕੀਤਾ, ਅਸੀਂ ਵੀ ਟਰੈਵਲ ਕੀਤਾ। ਇੱਕ ਨਾ ਰੀਜਨਲ ਏਰੀਆ ਜਦੋਂ ਕਿਹਾ ਜਾਂਦਾ, ਬਿਲਕੁਲ ਆਪਣੇ ਮਨ ਦੇ ਵਿੱਚ ਇੱਕ ਤਸਵੀਰ ਹੋਰ ਹੀ ਬਣ ਜਾਂਦੀ ਹੈ ਜੋ ਆਪਾਂ ਇੱਥੇ ਦੇਖਦੇ ਹਾਂ। ਹਾਂ, ਉੱਥੇ ਦੇ ਰੀਜਨਲ ਏਰੀਆਜ਼ ਜਾਂ ਇੱਥੇ ਦੇ ਸ਼ਹਿਰ 'ਚ ਕੋਈ ਫਰਕ ਦੇਖਦੇ ਹੋ? ਨਹੀਂ, ਕੋਈ ਫਰਕ ਨਹੀਂ ਹੈ ਉੱਥੋਂ ਦੇ ਰੀਜਨਲ। ਇੱਥੇ ਰੀਜਨਲ ਕਿਆ ਸ਼ਹਿਰ ਹੈ। ਹੁਣ ਪਾਇਲਟ ਪ੍ਰੋਗਰਾਮ ਹੈ, 11 ਸ਼ਹਿਰ ਨੇ ਜਿਨ੍ਹਾਂ ਦੀ ਆਬਾਦੀ 60,000 ਤੋਂ ਘੱਟ ਹੈ। ਹੁਣ ਇੱਥੇ ਕਈ ਚੰਗੇ ਸ਼ਹਿਰ ਵੀ ਨੇ, ਉਹਨਾਂ ਦੇ ਬਰਾਬਰ ਦੇ ਹੈਗੇ, ਬਿਲਕੁਲ ਬਰਾਬਰ ਦੇ ਨੇ। ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਕਿਹਾ ਸਾਰੇ ਵਧੀਆ ਗਵਰਨਮੈਂਟ ਕਾਲਜ ਦੇ ਕੈਂਪਸ ਨੇ ਉਸ ਸ਼ਹਿਰਾਂ ਵਿੱਚ। ਤਾਂ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਐਡਮਿਸ਼ਨ ਇਸ ਸ਼ਹਿਰਾਂ 'ਚ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਪੜ੍ਹਾਈ ਤੋਂ ਬਾਅਦ ਸਿੱਧਾ PR ਲਈ ਨੋਮੀਨੇਟ ਕਰ ਦਾਂਗੇ ਪਾਇਲਟ ਪ੍ਰੋਗਰਾਮ 'ਚ। ਬਿਲਕੁਲ ਪਾਇਲਟ ਪ੍ਰੋਗਰਾਮ ਵਿੱਚ। ਤਾਂ ਤੁਹਾਨੂੰ ਫਿਰ ਕਿਆ ਜ਼ਰੂਰਤ ਹੈ ਜੇ ਤੁਹਾਨੂੰ ਸੇਮ। ਹੁਣ ਦੇਖੋ ਫਰਕ ਹੈ ਨਾ, ਜੇ ਤੁਸੀਂ ਉਸੇ ਕਾਲਜ ਦਾ ਮੰਨ ਲਓ ਇਹ ਕਾਲਜ ਹੈ, ਜੇ ਤੁਸੀਂ ਉਸੇ ਕਾਲਜ ਦਾ ਕੈਂਪਸ ਦੂਜਾ ਲੈ ਲੈਂਦੇ ਹੋ, PR ਦੇ ਰੂਲਸ, ਵਰਕ ਪਰਮਿਟ ਦੇ ਰੂਲਸ ਡਿਫਰੈਂਟ। ਜੇ ਤੁਸੀਂ ਪਾਇਲਟ ਪ੍ਰੋਗਰਾਮ ਵਿੱਚ ਫਾਲ ਕਰ ਜਾਂਦੇ ਹੋ, ਤੁਹਾਨੂੰ ਸਿੱਧੀ PR, ਤਾਂ ਆਟੋਮੈਟਿਕਲੀ ਫਿਰ ਵੀਜ਼ਾ ਅਫਸਰ ਨੇ ਵੀ ਇਸ ਚੀਜ਼ਾਂ ਨੂੰ ਨੋਟ ਕਰਨਾ ਕਿ ਇਹ ਬੱਚਾ ਇੱਧਰ ਜਾ ਰਿਹਾ ਹੈ, ਇਹਦੀ ਅਡਾਪਟ ਪਾਲਿਸੀ ਇੰਨੀ ਸਟਰੋਂਗ ਹੈ, ਤਾਂ ਉੱਥੇ ਤੁਹਾਨੂੰ ਵੀਜ਼ਾ ਮਿਲਦਾ। ਜਦੋਂ ਤੁਸੀਂ ਇੱਕ ਐਜੀ ਜਗ੍ਹਾ 'ਤੇ ਖੜੇ ਹੁੰਦੇ ਹੋ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ, ਫਿਰ ਆਟੋਮੈਟਿਕਲੀ ਵੀਜ਼ਾ ਸਕਸੈਸ ਰੇਟ 'ਤੇ ਅਸਰ ਪੈ ਜਾਂਦਾ। ਸੋ ਅਸੀਂ ਵੀਜ਼ੇ ਦੀ ਗੱਲ ਕਰੀ ਜਾਂਦੇ ਨੇ, ਕੁਝ ਸਟੂਡੈਂਟ ਵੀ ਤੁਹਾਨੂੰ ਮਿਲਾਉਂਦੇ ਆ ਜਿਹੜੇ ਆਲਰੇਡੀ ਸੈਟਿੰਗ ਡੋਰ ਤੋਂ ਸਰਵਿਸ ਲੈ ਕੇ ਵੀਜ਼ਾ ਲੈ ਚੁੱਕੇ ਨੇ। ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਆਓ ਮਿਲ ਕੇ ਜਾਣਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਭਾਸ਼ ਮਹਾਜਨ, ਸੈਟਲਿੰਗ ਅਬਰੋਡ ਤੋਂ। ਅੱਜ ਸਾਡੇ ਲਈ ਬਹੁਤ ਖੁਸ਼ੀ ਭਰੀ ਗੱਲ ਹੈ ਕਿ ਅੱਜ ਅਸੀਂ ਵਿਦਆਊਟ ਆਈਲੈਟਸ 8 ਸਾਲ ਦਾ ਸਟੱਡੀ ਗੈਪ ਦਾ ਵੀਜ਼ਾ UK ਦਾ ਲੈ ਲਿਆ। ਕੰਗ੍ਰੈਚੁਲੇਸ਼ਨ ਮੈਮ ਕਿ ਤੁਹਾਡਾ ਵੀਜ਼ਾ UK ਦਾ ਅਚੀਵ ਹੋ ਗਿਆ। ਸੋ ਮੈਮ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋਗੇ, ਤੁਹਾਡਾ ਸਾਡੀ ਕੰਪਨੀ ਨਾਲ ਕਿਵੇਂ ਰਿਹਾ? Hi, this is Gagandeep Kaur from Nawashahar. I did GNM from 2008 to 12 and I had a gap for 7 years.
I came to there to meet with Anuradha ma'am. She guided me very well. So then I just thank to the Subhasis, especially Subhasir, and who gave me this grand opportunity, which is very good for me. And I'm very thankful to the settling service abroad. So I recommend to everyone to come there to give your file on here. Thank you so much. सत श्री अकाल जी, मेरा नाम गुरसिमरन है। मैं 2019 ਦੇ ਵਿੱਚ ਆਪਣੀ +2 ਕੰਪਲੀਟ ਕੀਤੀ ਸੀ ਤੇ ਆਫਟਰ ਦੈਟ ਮੈਂ ਆਇਲਸ ਦਾ ਐਗਜ਼ਾਮ ਦਿੱਤਾ ਤੇ ਮੈਂ 6 ਬੈਂਡ ਸਕੋਰ ਲੈ ਲਏ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਸੀਗੇ ਕਿ ਉਹਨਾਂ ਦੇ ਡ੍ਰੀਮ ਸੀਗੇ ਕਿ ਮੈਂ ਆਸਟ੍ਰੇਲੀਆ ਜਾਵਾਂ ਤੇ ਮੈਂ ਬਹੁਤ ਕਨਫਿਊਜ਼ ਸੀ ਕਿ ਮੈਂ ਕਿੱਥੋਂ ਅਪਲਾਈ ਕਰਾਂ। ਆਫਟਰ ਦੈਟ ਮੈਂ ਇੰਟਰਨੈਟ ਦੇ ਉੱਤੇ ਐਡ ਦੇਖੀ ਸੈਟਲਿੰਗ ਅਬਰੋਡ ਸਿਚੁਏਸ਼ਨ, ਮੈਨੂੰ ਬਹੁਤ ਵਧੀਆ ਲੱਗਿਆ ਇੱਥੋਂ ਅਪਲਾਈ ਕੀਤਾ ਜਾਵੇ ਤੇ ਮੈਂ ਇਹਨਾਂ ਆਫਿਸ ਦੇ ਵਿੱਚ ਆ ਕੇ ਜਦੋਂ ਇਹਨਾਂ ਨੂੰ ਮਿਲੀ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਇੱਥੋਂ ਅਪਲਾਈ ਕੀਤਾ। ਆਫਰ ਲੈਟਰ ਆਉਣ ਤੋਂ ਬਾਅਦ ਮੈਂ ਆਪਣੀ ਸਾਰੀ ਫੀਸ ਪੇ ਕੀਤੀ ਤੇ ਉਸ ਤੋਂ ਬਾਅਦ ਸਾਰੇ ਡਾਕੂਮੈਂਟਸ ਕੰਪਲੀਟ ਹੋਣ ਤੋਂ ਬਾਅਦ ਇਹਨਾਂ ਨੇ ਮੇਰੀ ਐਮਬੈਸੀ ਵਿੱਚ ਫਾਈਲ ਲੌਗਇਨ ਕੀਤੀ ਤੇ ਮੈਂ ਬਹੁਤ ਅੱਜ ਖੁਸ਼ ਹਾਂ ਕਿ ਅੱਜ ਮੇਰਾ ਵੀਜ਼ਾ ਮੇਰੇ ਹੱਥ ਵਿੱਚ ਹੈ ਤੇ ਮੈਂ ਬਹੁਤ ਥੈਂਕ ਯੂ ਕਰਦੀ ਹਾਂ ਇਹਨਾਂ ਦਾ। ਮਾਈ ਨੇਮ ਇਜ਼ ਲਵਪ੍ਰੀਤ ਕੌਰ ਤੇ ਮੈਂ ਆਪਣੀ ਬੀਟੈਕ 2018 ਵਿੱਚ ਪਾਸ ਆਊਟ ਕੀਤੀ। ਉਸ ਤੋਂ ਬਾਅਦ ਮੈਂ ਆਇਲਸ ਕੀਤੀ ਜਿਹਦੇ ਵਿੱਚੋਂ ਮੇਰੇ ਓਵਰਆਲ 6 ਤੇ ਇੱਕ ਮੋਡਿਊਲ ਵਿੱਚੋਂ 5.5 ਬੈਂਡ ਸੀ। ਉਸ ਤੋਂ ਬਾਅਦ ਮੈਂ ਕਿਸੇ ਹੋਰ ਏਜੰਟ ਕੋਲੋਂ ਫਾਈਲ ਅਪਲਾਈ ਕੀਤੀ ਬਟ ਮੇਰਾ ਕੇਸ ਰਿਫਿਊਜ਼ ਹੋ ਗਿਆ ਐਂਡ ਉਸ ਤੋਂ ਬਾਅਦ ਮੈਂ ਇੱਕ ਦਿਨ ਟੀਵੀ 'ਚ ਸੈਟਲਿੰਗ ਅਬਰੋਡ ਦੀ ਐਡ ਦੇਖੀ ਤੇ ਉਸ ਤੋਂ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਤੇ ਪ੍ਰਿੰਕਾ ਮੈਮ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਉਸ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਕੀਰਤੀ ਸੈਟਲਿੰਗ ਅਬਰੋਡ ਸਰਵਿਸਿਜ਼ ਤੋਂ ਤੇ ਅੱਜ ਫਿਰ ਸਾਡੇ ਨਾਲ ਇੱਕ ਨਿਊ ਐਪਲੀਕੈਂਟ ਜੁੜੇ ਨੇ ਜਿਨ੍ਹਾਂ ਦਾ ਨਾਮ ਮੋਨਿਕਾ ਹੈ ਤੇ ਹਾਲ ਹੀ ਇਹਨਾਂ ਨੇ ਯੂਕੇ ਦਾ ਸਟੱਡੀ ਵੀਜ਼ਾ ਸਾਡੇ ਤੋਂ ਰਿਸੀਵ ਕੀਤਾ ਹੈਗਾ ਤੇ ਇਹਨਾਂ ਨੇ ਬਰਮਿੰਘਮ ਸਿਟੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ ਸੀਗਾ ਤੇ ਅੱਜ ਇਹ ਆਪਣਾ ਵੀਜ਼ਾ ਲੈਣ ਆਏ ਨੇ। ਕੰਗ੍ਰੈਚੁਲੇਸ਼ਨਸ ਮੈਮ। ਥੈਂਕ ਯੂ ਮੈਮ। ਮੇਰਾ ਨਾਮ ਮੋਨਿਕਾ, ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ। ਮੇਰੀ ਗ੍ਰੈਜੂਏਸ਼ਨ ਪੂਰੀ ਹੋਈ 2018 ਦੇ ਵਿੱਚ ਤੇ ਆਫਟਰ ਦੈਟ ਮੇਰੀ ਮੈਰਿਜ ਹੋਈ। ਉਸ ਤੋਂ ਬਾਅਦ ਅਸੀਂ ਇੱਕ ਸੁਪਨਾ ਦੇਖਿਆ ਕਿ ਅਸੀਂ ਯੂਕੇ ਜਾ ਕੇ ਵਿਜ਼ਿਟ ਕਰੀਏ ਜਾਂ ਉੱਥੇ ਜਾ ਕੇ ਸੈਟਲ ਹੋਈਏ ਤੇ ਅਸੀਂ ਇੱਕ ਸੈਟਲਿੰਗ ਅਬਰੋਡ ਦੀ ਐਡ ਦੇਖੀ ਟੀਵੀ ਦੇ ਵਿੱਚ ਤੇ ਅਸੀਂ ਆ ਕੇ ਇੱਥੇ ਵਿਜ਼ਿਟ ਕੀਤਾ ਤੇ ਇਹਨਾਂ ਨੇ ਸਾਡੀ ਕਾਉਂਸਲਿੰਗ ਕੀਤੀ। ਸਾਨੂੰ ਉਹ ਪ੍ਰੋਸੈਸਿੰਗ ਵਧੀਆ ਲੱਗੀ ਤੇ ਅਸੀਂ ਆਪਣੀ ਫੀਸ ਭਰਨ ਤੋਂ ਬਾਅਦ ਸਾਡੀ ਆਫਰ ਲੈਟਰ ਆਈ। ਆਫਟਰ ਦੈਟ ਆਫਰ ਲੈਟਰ ਤੋਂ ਬਾਅਦ ਸਾਡਾ ਵਿਦਿਨ 8 ਡੇਜ਼ ਸਾਡਾ ਵੀਜ਼ਾ ਲੱਗ ਗਿਆ ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਅੱਜ ਮੈਂ ਆਪਣਾ ਵੀਜ਼ਾ ਰਿਸੀਵ ਕਰਨਾ ਹੈ। ਥੈਂਕ ਯੂ। ਸੋ ਇਹ ਸੀਗੇ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਤੁਸੀਂ ਵੀ ਇਹਨਾਂ ਵੱਲੋਂ ਕੋਈ ਗਾਈਡੈਂਸ ਚਾਹੁੰਦੇ ਹੋ? ਇਹ ਸ਼ੈਨਗਨ ਵੀ ਕਰਦੇ ਨੇ ਜੀ, ਯੂਕੇ ਵੀ, ਆਸਟ੍ਰੇਲੀਆ ਵੀ, ਕੈਨੇਡਾ ਵੀ, US ਵੀ, ਤੇ ਜਿਹਦੇ ਬਾਰੇ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਤੱਕ ਫ੍ਰੀ ਆਫ ਕਾਸਟ ਕਾਉਂਸਲਿੰਗ ਲਈ ਰਾਬਤਾ ਕਾਇਮ ਕਰ ਸਕਦੇ ਹੋ। ਗੌਰਵ ਜੀ, ਸ਼ੋਅ 'ਚ ਆਉਣ ਲਈ ਧੰਨਵਾਦ। ਬਸ ਮੈਂ ਇਹ ਲਾਸਟ ਇਹੀ ਕਹਿਣਾ ਚਾਹੁੰਦਾ 1 ਮਿੰਟ ਲੈ ਕੇ ਕਿ ਆਉਣ ਵਾਲੇ ਸੰਡੇ ਨੂੰ ਜੋ ਹੈ ਸੈਮੀਨਾਰ ਦਾ ਬਿਲਕੁਲ ਤਾਂ ਉਹਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ। ਬਹੁਤ ਬਹੁਤ ਧੰਨਵਾਦ ਭਾਜੀ। ਸੋ ਸੈਟਲਿੰਗ ਅਬਰੋਡ ਵੱਲੋਂ 28 ਤਰੀਕ ਨੂੰ ਸੈਮੀਨਾਰ ਅਰੇਂਜ ਕੀਤਾ ਜਾ ਰਿਹਾ ਜੀ। ਜਿਹੜਾ ਵੀ ਉਹਦਾ ਹਿੱਸਾ ਬਣਨਾ ਚਾਹੁੰਦਾ ਉਹ 95 980 ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਹੈ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।